ਧੰਨ ਵਾਹਿਗੁਰੂ ਸਾਹਿਬ ਜੀਓ। ਨਾਹੰ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਏਹੀ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹਿਲਾ ਪੰਜਵਾ। ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ। ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ। ਰਹਾਉ ਸੀਤਲਾ ਤੇ ਰਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ ਸਮਰੱਥ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿੱਚ ਜੁੜ ਬੈਠ ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਫਤਿਹ ਟੀਵੀ ਦੇ ਮਾਧਿਅਮ ਦੇ ਰਾਹੀਂ ਆਪਣੇ ਘਰਾਂ ਵਿੱਚ ਬੈਠ ਕਰਕੇ
ਪਾਵਨ ਅਸਥਾਨ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਫਤਿਹ ਨਗਰ ਨਵੀਂ ਦਿੱਲੀ ਤੋਂ ਸਿੱਧੇ ਪ੍ਰਸਾਰਨ ਦੇ ਰਾਹੀਂ ਪਾਵਨ ਬਾਣੀ ਦੇ ਨਾਲ ਜੁੜ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰਾਂ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਇਸ ਭਾਗ ਸਮਾਂ ਪ੍ਰਾਪਤ ਹੋਇਆ ਹੈ। ਬੜੇ ਹੀ ਪ੍ਰੇਮ ਸਹਿਤ ਗੁਰੂ ਘਰ ਕੇ ਕੀਰਤਨੀਏ ਆਪ ਜੀ ਨੂੰ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸਰਵਨ ਕਰਾ ਰਹੇ ਸਨ। ਆਓ ਸਾਧ ਸੰਗਤ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜੀਏ। ਜਿੱਥੇ ਹਜੂਰ ਨੇ ਕੀਰਤਨ ਨੂੰ ਪ੍ਰਧਾਨਤਾ ਦਿੰਦਿਆਂ ਹੋਇਆਂ ਆਖਿਆ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਉਥੇ ਇਹ ਵੀ ਬਚਨ ਕੀਤੇ, ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਆਓ ਸਾਧ ਸੰਗਤ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੀ ਸਾਂਝ ਪਾਉਣ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਕਰੋ ਕਿਰਪਾ, ਗੁਰੂ ਚਰਨਾਂ ਵਿੱਚ ਆਪਣਾ ਸੀਸ ਝੁਕਾਉਂਦਿਆਂ ਹੋਇਆ ਰਸਨਾ ਪਵਿੱਤਰ ਕਰੋ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਅੱਜ ਦਾ ਵਿਚਾਰ ਅਧੀਨ ਪਾਵਨ ਸ਼ਬਦ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 200 ਦੇ ਉੱਪਰ ਸੁਭਾਇਮਾਨ ਹੈ। ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ ਗੌੜੀ ਮਹਿਲਾ ਪੰਜਵਾ। ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ। ਰਹਾਓ। ਇਸ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਨੇ, ਕਿਉਂਕਿ ਸ਼ਬਦ ਦਾ ਸਮੁੱਚਾ ਭਾਵ ਜਿਹੜਾ ਹੈ ਉਹ ਇਤਿਹਾਸ ਦੇ ਨਾਲ ਜੁੜਿਆ ਹੋਇਆ। ਜਿਹੜਾ ਇਹ ਪ੍ਰਕਰਨ ਚੱਲ ਰਿਹਾ, ਮੈਂ ਕੱਲ ਵੀ ਬੇਨਤੀ ਕੀਤੀ ਸੀ ਆਪ ਜੀ ਦੇ ਚਰਨਾਂ ਵਿੱਚ ਕਿ ਇਹ ਜਿਹੜਾ ਪ੍ਰਕਰਨ ਸ਼ਬਦਾਂ ਦਾ ਚੱਲ ਰਿਹਾ ਹੈ, ਇਹਦੇ ਵਿੱਚ ਸਤਿਗੁਰੂ ਜੀ ਸ਼ੁਕਰਾਨਾ ਕਰ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਦਾ, ਜਿਹਦੀ ਕਿਰਪਾ ਦੇ ਨਾਲ ਤਾਪ ਜਿਹੜਾ ਹੈ ਕੱਟਿਆ ਗਿਆ, ਜਿਹਦੀ ਮਿਹਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਤੇ ਜੋ ਚੇਚਕ ਦਾ ਅਸਰ ਸੀ ਉਹ ਦੂਰ ਹੋਇਆ, ਉਹ ਨਵੇਂ ਨਰੋਏ ਹੋਏ। ਇਸ ਕਰਕੇ ਹਜੂਰ ਨੇ ਇਹਨਾਂ ਸ਼ਬਦਾਂ ਦੇ ਰਾਹੀਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ। ਤੋ ਸਿੱਖ ਦਾ ਵੀ ਕਰਮ ਹੈ, ਜਿੱਥੇ ਅਸੀਂ ਹਰ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਆਪਣੀ ਅਰਦਾਸ ਵਾਹਿਗੁਰੂ ਦੇ ਚਰਨਾਂ ਵਿੱਚ ਕਰਦੇ ਹਾਂ, ਉੱਥੇ ਸ਼ੁਕਰਾਨਾ ਕਰਨਾ ਵੀ ਅਤੀ ਜ਼ਰੂਰੀ ਹੈ। ਇਹ ਜਾਚ ਮਹਾਰਾਜ ਸਾਨੂੰ ਦੱਸ ਰਹੇ ਨੇ। ਇਹ ਜਿਹੜਾ ਸ਼ਬਦ ਦਾ ਰਹਾਉ ਵਾਲਾ ਬੰਦ ਹੈ, ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ। ਇਸ ਰਹਾਉ ਦੇ ਬੰਦ ਦੇ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਅਰਥ ਕੀਤੇ ਨੇ।
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਅੰਦਰ ਜਿਹੜੇ ਇਹਦੇ ਅਰਥ ਕੀਤੇ ਨੇ ਉਹ ਇਸ ਪ੍ਰਕਾਰ ਹਨ ਕਿ ਸਤਿਗੁਰੂ ਜਿਸ ਮਨੁੱਖ ਦੇ ਆਤਮਿਕ ਨੇਤਰਾਂ ਨੂੰ ਗਿਆਨ ਬਖਸ਼ਿਸ਼ ਕਰ ਦਿੰਦਾ ਏ, ਉਸ ਮਨੁੱਖ ਦੇ ਸਾਰੇ ਭਰਮ ਜਿਹੜੇ ਨੇ ਦੂਰ ਹੋ ਜਾਂਦੇ ਨੇ। ਉਹ ਕਿਸੇ ਵੀ ਭਰਮ ਭੁਲੇਖੇ ਵਿੱਚ ਨਹੀਂ ਪੈਂਦਾ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਵਿਦਵਾਨਾਂ ਨੇ ਇਹਦੇ ਅਰਥ ਜਿਹੜੇ ਨੇ ਉਹ ਇਤਿਹਾਸਕ ਪੱਖ ਤੋਂ ਕੀਤੇ ਨੇ, ਕਿਉਂਕਿ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਜਿਹੜੀ ਸ਼ੀਤਲਾ ਜਾਂ ਚੇਚਕ ਹੈ ਉਹ ਜਿਸ ਵੀ ਮਨੁੱਖ ਨੂੰ ਹੁੰਦੀ ਸੀ, ਉਹਦੇ ਸਰੀਰ ਤੇ ਉਹਦਾ ਬਹੁਤ ਜ਼ਿਆਦਾ ਮਾਰੂ ਪ੍ਰਭਾਵ ਪੈਂਦਾ ਸੀ, ਤੇ ਖਾਸ ਕਰਕੇ ਜਿਹੜੀਆਂ ਅੱਖਾਂ ਹਨ, ਅੱਖਾਂ ਦੇ ਉੱਪਰ ਬਹੁਤ ਜ਼ਿਆਦਾ ਭੈੜਾ ਅਸਰ ਜਿਹੜਾ ਹੈ ਚੇਚਕ ਦਾ ਹੋ ਜਾਂਦਾ ਸੀ। ਜੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਇਤਿਹਾਸ ਪੜ੍ਹਿਆ ਹੋਵੇਗਾ ਤੇ ਤੁਹਾਨੂੰ ਯਾਦ ਹੋਵੇਗਾ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਬਚਪਨ ਦੇ ਵਿੱਚ ਸਨ ਤਾਂ ਉਹਨਾਂ ਨੂੰ ਵੀ ਚੇਚਕ ਜਿਹੜੀ ਸੀ ਹੋ ਗਈ ਸੀ। ਉਸ ਚੇਚਕ ਦੇ ਜਿਹੜੇ ਦਾਗ ਨੇ, ਦਾਣੇ ਜਿਹੜੇ ਮੂੰਹ ਤੇ ਨਿਕਲੇ ਸਨ, ਉਹ ਜਿਹੜੇ ਦਾਗ ਨੇ ਉਹ ਜਾਂਦੇ ਨਹੀਂ। ਉਹ ਉਮਰ ਭਰ ਜਿਹੜੇ ਨੇ ਦਾਗ ਨੇ ਮੂੰਹ ਤੇ ਰਹਿ ਜਾਂਦੇ ਨੇ। ਤੇ ਚੇਚਕ ਦਾ ਇੰਨਾ ਭਿਆਨਕ ਅਸਰ ਹੁੰਦਾ ਹੈ ਕਿ ਕਈ ਵਾਰ ਮਨੁੱਖ ਦੀਆਂ ਅੱਖਾਂ ਜਿਹੜੀਆਂ ਨੇ ਉਹ ਵੀ ਖਤਮ ਹੋ ਜਾਂਦੀਆਂ ਨੇ। ਮਹਾਰਾਜਾ ਰਣਜੀਤ ਸਿੰਘ ਦੀ ਇੱਕ ਖੱਬੀ ਅੱਖ ਜਿਹੜੀ ਹੈ ਉਹ ਚੇਚਕ ਦੀ ਵਜ੍ਹਾ ਕਰਕੇ ਖਤਮ ਹੋ ਗਈ, ਖਰਾਬ ਹੋ ਗਈ। ਇਸ ਕਰਕੇ ਕੇਵਲ ਉਹ ਸੱਜੀ ਅੱਖ ਨਾਲ ਹੀ ਵੇਖਦੇ ਸਨ, ਖੱਬੀ ਅੱਖ ਉਹਨਾਂ ਦੀ ਚੇਚਕ ਕਰਕੇ ਬਚਪਨ ਦੇ ਵਿੱਚ ਹੀ ਖਰਾਬ ਹੋ ਗਈ ਸੀ। ਮਹਾਰਾਜਾ ਰਣਜੀਤ ਸਿੰਘ ਦੇ ਚਿਹਰੇ ਤੇ ਚੇਚਕ ਦੇ ਬੜੇ ਡੂੰਘੇ ਦਾਗ ਸਨ, ਪਰ ਉਹਨਾਂ ਦੀ ਛਵੀ ਐਸੀ ਸੀ, ਉਹਨਾਂ ਦਾ ਨਿਆਂ ਪ੍ਰਬੰਧ ਐਸਾ ਸੀ, ਉਹਨਾਂ ਦਾ ਉੱਚਾ ਕਿਰਦਾਰ ਐਸਾ ਸੀ, ਜਿਸ ਕਰਕੇ ਲੋਕ ਉਹਨਾਂ ਨੂੰ ਪਾਰਸ ਦੇ ਨਾਂ ਨਾਲ ਯਾਦ ਕਰਦੇ ਸਨ। ਤੇ ਇੱਕ ਵੇਰਾ ਕਿਸੇ ਨੇ ਉਹਨਾਂ ਦੇ ਵਿਦੇਸ਼ ਮੰਤਰੀ ਫਕੀਰ ਅਜ਼ੀਜ਼ੁਦੀਨ ਨੂੰ ਇਹ ਸਵਾਲ ਕੀਤਾ, ਕਹਿਣ ਲੱਗੇ, ਸੁਣਿਆ ਹੈ ਤੁਹਾਡੇ ਮਹਾਰਾਜੇ ਦਾ ਜਿਹੜਾ ਚਿਹਰਾ ਹੈ ਉਹਦੇ ਤੇ ਚੇਚਕ ਦੇ ਬੜੇ ਦਾਗ ਨੇ, ਤੁਹਾਡੇ ਮਹਾਰਾਜੇ ਦੀ ਇੱਕ ਅੱਖ ਵੀ ਸਲਾਮਤ ਨਹੀਂ, ਕਿ ਤੁਸੀਂ ਵੇਖਿਆ ਹੈ, ਤੁਸੀਂ ਤੇ ਨੇੜੇ ਰਹਿੰਦੇ ਹੋ। ਤਾਂ ਉਸ ਵੇਲੇ ਫਕੀਰ ਅਜ਼ੀਜ਼ੁਦੀਨ ਨੇ ਆਖਿਆ ਸੀ, ਮਹਾਰਾਜੇ ਦਾ ਤੇਜ ਪ੍ਰਤਾਪ ਹੀ ਇੰਨਾ ਹੈ ਕਿ ਮੈਂ ਉਹਨਾਂ ਦੇ ਚਿਹਰੇ ਵੱਲ ਕਦੇ ਵੇਖ ਨਹੀਂ ਸਕਿਆ। ਸੋ ਕਹਿਣ ਤੋਂ ਭਾਵ ਇਹ ਜਿਹੜੀ ਚੇਚਕ ਹੈ ਇਹਦਾ ਬਹੁਤ ਜ਼ਿਆਦਾ ਅਸਰ ਜਿਹੜਾ ਹੈ ਉਹ ਖਾਸ ਕਰਕੇ ਚਿਹਰੇ ਤੇ ਅੱਖਾਂ ਤੇ ਹੁੰਦਾ ਸੀ। ਜਿਸ ਵੇਲੇ ਛੇਵੇਂ ਪਾਤਸ਼ਾਹ ਜੀ ਬਚਪਨ ਦੀ ਅਵਸਥਾ ਹੈ, ਕੇਵਲ ਲਗਭਗ ਉਮਰ ਜਿਹੜੀ ਹੈ 1 ਸਾਲ ਦੀ ਹੈ, ਕਿਉਂਕਿ 95 ਦੇ ਅੰਦਰ ਇਹ ਕਾਲ ਪੈਂਦਾ ਤੇ ਉਸੇ ਸਮੇਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ। ਉਮਰ ਬੜੀ ਛੋਟੀ ਹੈ ਤੇ ਚੇਚਕ ਦਾ ਜਿਹੜਾ ਬੜਾ ਭਿਆਨਕ ਅਸਰ ਸਤਿਗੁਰਾਂ ਤੇ ਹੋਇਆ। ਬਹੁਤ ਜ਼ਿਆਦਾ ਤੇਜ਼ ਬੁਖਾਰ ਚੜ੍ਹਿਆ, ਸਾਰੇ ਸਰੀਰ ਦੇ ਉੱਪਰ ਜਿਹੜੇ ਨੇ ਚੇਚਕ ਦੇ ਉਹ ਦਾਣੇ ਜਿਹੜੇ ਨੇ ਨਿਕਲ ਆਏ। ਬਹੁਤ ਸਾਰੇ ਲੋਕਾਂ ਨੇ ਵਹਿਮ ਭਰਮ ਤੇ ਸ਼ੰਕੇ ਪੈਦਾ ਕੀਤੇ। ਆਖਿਆ ਚੇਚਕ, ਜਿਸ ਨੂੰ ਲੋਕ ਸ਼ੀਤਲਾ ਦਾ ਪ੍ਰਕੋਪ ਕਹਿੰਦੇ ਸਨ, ਇਹ ਤਾਂ ਹੀ ਠੀਕ ਹੋਵੇਗਾ ਜੇ ਤੁਸੀਂ ਸ਼ੀਤਲਾ ਦੀ ਦੇਵੀ ਦੀ ਅਰਾਧਨਾ ਕਰੋ, ਪੂਜਾ ਕਰੋ। ਬਹੁਤ ਸਾਰੇ ਲੋਕ ਇਸ ਤਰ੍ਹਾਂ ਵਹਿਮਾਂ ਭਰਮਾਂ ਦੇ ਵਿੱਚ ਪਏ ਹੋਏ ਸਨ, ਪਰ ਹਜੂਰ ਨੇ ਉਹਨਾਂ ਵਹਿਮੀ ਲੋਕਾਂ ਨੂੰ ਸਮਝਾਇਆ ਕਿ ਇਹ ਵੀ ਹੋਰਨਾਂ ਬਿਮਾਰੀਆਂ ਵਾਂਗ ਇੱਕ ਬਿਮਾਰੀ ਹੈ, ਇਹ ਕਿਸੇ ਦੇਵੀ ਦਾ ਪ੍ਰਕੋਪ ਨਹੀਂ, ਤੇ ਨਾ ਹੀ ਕੋਈ ਮਨ ਮਤ ਕਰਿਆ, ਫੋਕਟ ਕਰਮ ਕਰਿਆ ਇਹਨੇ ਠੀਕ ਹੋਣਾ ਹੈ।
क्योंकि हिंदुस्तान की धरती ते बहुत सारे जिहड़े रोग ने लोग उन्होंने ठीक करने वास्ते कई तरह के जंतर मंत्र टूणे टप्पे धागे तवीतां का सहारा लैंदे ने। इस करके जदों वो कामयाब नहीं होंदे ते अखीरली स्टेज ते बंदा पहुंच जांदा उदों फिर भज के जांदे ने हॉस्पिटल डॉक्टरां दे कोल। कहणगे जी इहदा इलाज करो ते बहुत वारी निराशता पल्ले पैंदी है, मनुख बचदा नहीं। क्योंकि जिस स्टेज ते इलाज करना सी, जदों रोग की शुरुआत हुई सी, उस वेले वहम भरमां दे विच पै के कई तरह के ओड़ पोड़ बंदा करदा है ते जदों बीमारी वध जांदी है उस वेले फिर इलाज वाले पासे भजदा है। इसी तरह सतगुरां दे समय भी बहुत लोग वहिमां ते भरमां दे विच फसे हुए सन। हजूर ने उन्हां सारे लोकां नूं समझाया, आख्या ये बीमारी दवा दारू नाल ठीक होवेगी। उस अकाल पुरख परमेश्वर ते भरोसा रखिए, ओहदे तो वड्डा होर कोई देवता नहीं, ओहदे तो वड्डा होर कोई रहबर नहीं है। ओही सब जीवां दी अरदास बेनती नूं सुनन वाला है, तंदुरुस्ती देण वाला है। नेत्र प्रगास किया गुरदेव। ते मैं पहला बेनती कीती सी, इस जिहड़े शब्द दे पहले रहाओ दे बंद दे अर्थ जिहड़े ने ਉਹ विद्वानां ने ਵੱਖ-ਵੱਖ ਕੀਤੇ। ਆਪਾਂ ਦੋਵੇਂ ਤਰ੍ਹਾਂ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰਨਾ ਹੈ। ਨੇਤਰ ਪ੍ਰਗਾਸ ਕੀਆ ਗੁਰਦੇਵ। ਜਦੋਂ ਸ਼ੀਤਲਾ ਚੇਚਕ ਦਾ ਇਹ ਤੇਜ ਬੁਖਾਰ ਚੜਿਆ ਛੇਵੇਂ ਪਾਤਸ਼ਾਹ ਨੂੰ ਤੇ ਉਹ ਚਿਹਰੇ ਤੇ ਸਾਰੇ ਦਾਣੇ ਨਿਕਲ ਆਏ, ਅੱਖਾਂ ਵੀ ਨਹੀਂ ਸਨ ਖੁੱਲ ਰਹੀਆਂ ਤੇ ਬਹੁਤ ਸਾਰੇ ਲੋਕ ਜਿਹੜੇ ਸਨ ਉਹਨਾਂ ਦੇ ਮਨ ਵਿੱਚ ਡਰ ਪੈਦਾ ਹੋ ਗਿਆ ਕਿ ਕਿਤੇ ਇਸ ਤਾਪ ਦੇ ਨਾਲ ਅੱਖਾਂ ਦੇ ਉੱਪਰ ਕੋਈ ਅਸਰ ਨਾ ਹੋ ਜਾਏ, ਕਿਤੇ ਅੱਖਾਂ ਦੀ ਜੋਤ ਨਾ ਚਲੀ ਜਾਏ। ਪਰ ਗੁਰੂ ਅਰਜਨ ਸਾਹਿਬ ਜੀ ਪੂਰਨ ਭਰੋਸੇ ਦੇ ਨਾਲ ਕਾਲ ਪੀੜਤਾਂ ਦੀ ਰੋਗੀਆਂ ਦੀ ਨਿਰੰਤਰ ਸੇਵਾ ਕਰਦੇ ਰਹੇ ਤੇ ਹਜੂਰ ਸੱਚੇ ਪਾਤਸ਼ਾਹ ਨੇ ਆਖਿਆ, ਪਰਮੇਸ਼ਰ ਤੇ ਭਰੋਸਾ ਰੱਖੋ, ਦਵਾ ਦਾਰੂ ਨਾਲ ਇਲਾਜ ਕੀਤਾ ਜਾਏ ਤੇ ਤੰਦਰੁਸਤੀ ਵਾਸਤੇ ਆਪਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੀਏ। ਵਾਹਿਗੁਰੂ ਆਪ ਰਹਿਮਤ ਕਰੇਗਾ, ਆਪ ਕਿਰਪਾ ਕਰੇਗਾ। ਕਹਿੰਦੇ ਕੁਝ ਦਿਨਾਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜਾ ਇਹਨਾਂ ਨੂੰ ਤੇਜ਼ ਬੁਖਾਰ ਚੜਿਆ ਕਰਦਾ ਸੀ, ਉਹ ਬੁਖਾਰ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਗਿਆ। ਚੇਚਕ ਦੇ ਨਿਕਲੇ ਹੋਏ ਜਿਹੜੇ ਦਾਣੇ ਸਨ ਉਹ ਵੀ ਹੌਲੀ ਹੌਲੀ ਘਟਣ ਲੱਗ ਪਏ। ਤੇ ਜਦੋਂ ਮਹਾਰਾਜ ਨੇ ਅੱਖਾਂ ਖੋਲੀਆਂ ਤਾਂ ਮਾਤਾ ਨੂੰ ਬੜਾ ਵੇਖ ਕੇ ਚਾਅ ਚੜਿਆ ਕਿ ਸਤਿਗੁਰੂ ਨਵੇਂ ਨਰੋਏ ਹੋ ਗਏ ਨੇ, ਤੰਦਰੁਸਤ ਹੋ ਗਏ ਨੇ। ਕਿਉਂਕਿ ਆਪਾਂ ਸਾਰੇ ਜਾਣਦੇ ਦੁਨਿਆਵੀ ਤੌਰ ਤੇ ਜੇ ਛੋਟਾ ਜਿਹਾ ਮਾਸੂਮ ਬੱਚਾ ਬਿਮਾਰ ਹੋ ਜਾਏ ਤੇ ਸਾਰਾ ਟੱਬਰ ਜਿਹੜਾ ਪਰੇਸ਼ਾਨ ਹੋ ਜਾਂਦਾ, ਕਿਸੇ ਨੂੰ ਵੀ ਨੀਂਦ ਨਹੀਂ ਆਉਂਦੀ ਬੱਚੇ ਨੂੰ ਵਿਲਕਦਾ ਵੇਖ ਕੇ। ਬਹੁਤ ਖੁਸ਼ੀ ਹੋਈ ਸਾਰਿਆਂ ਨੂੰ ਕਿ ਸਤਿਗੁਰੂ ਨਵੇਂ ਨਰੋਏ ਹੋ ਗਏ ਨੇ, ਤੰਦਰੁਸਤ ਹੋ ਗਏ ਨੇ। ਤੇ ਸਭ ਤੋਂ ਵੱਡੀ ਗੱਲ ਕਿ ਚੇਚਕ ਦਾ ਅਸਰ ਜਿਹੜਾ ਹੈ ਉਹ ਅੱਖਾਂ ਦੇ ਉੱਪਰ ਵੀ ਨਹੀਂ ਹੋਇਆ, ਅੱਖਾਂ ਦੀ ਜੋਤ ਵੀ ਠੀਕ ਹੈ। ਉਸ ਵੇਲੇ ਫਿਰ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ, ਸ਼ੀਤਲਾ ਠਾਕ ਰਹਾਈ ਬਿਗਣ ਗਏ ਹਰ ਨਾਈ। ਕਹਿੰਦੇ ਸਾਰੇ ਬਿਗਣਾਂ ਨੂੰ ਵਾਹਿਗੁਰੂ ਨੇ ਟਾਲ ਦਿੱਤਾ। ਉਹਦਾ ਨਾਮ ਸਿਮਰਦਿਆਂ ਉਹਦੀ ਯਾਦ ਵਿੱਚ ਜੁੜਿਆ, ਉਹਨੇ ਸਾਰੀਆਂ ਬਿਮਾਰੀਆਂ ਆਪ ਹੀ ਕੱਟ ਦਿੱਤੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨਵੇਂ ਨਰੋਏ ਹੋ ਗਏ, ਤੰਦਰੁਸਤ ਹੋ ਗਏ। ਉਹਨਾਂ ਦੇ ਨੇਤਰ ਵੀ ਸਲਾਮਤ ਨੇ, ਉਹਨਾਂ ਦੀਆਂ ਅੱਖਾਂ ਵੀ ਸਹੀ ਨੇ, ਠੀਕ ਠਾਕ ਨੇ। ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ।
ਜਿਹੜੇ ਲੋਕ ਭਰਮ ਤੇ ਸ਼ੰਕੇ ਕਰਦੇ ਸਨ, ਉਹਨਾਂ ਦੇ ਸਾਰੇ ਭਰਮ ਸ਼ੰਕੇ ਦੂਰ ਹੋ ਗਏ। ਪੂਰਨ ਭਈ ਸੇਵ, ਜੋ ਸਿੱਖਾਂ ਸੇਵਕਾਂ ਨੇ ਰਲ ਕੇ ਸੇਵਾ ਕੀਤੀ ਸੀ ਖਲਕਤ ਦੀ, ਕਹਿੰਦੇ ਉਹ ਸੇਵਾ ਵੀ ਥਾਂ ਪੈ ਗਈ, ਮਾਲਕ ਦੇ ਦਰ ਤੇ ਕਬੂਲ ਪੈ ਗਈ। ਹੁਣ ਇੱਕ ਇਹ ਅਰਥ ਜਿਹੜੇ ਨੇ ਬਹੁਤ ਸਾਰੇ ਵਿਦਵਾਨਾਂ ਵੱਲੋਂ ਕੀਤੇ ਗਏ ਨੇ। ਜਿਹੜੇ ਦੂਸਰੇ ਅਰਥ ਨੇ ਕਿ ਗੁਰੂ ਜਿਸ ਨੂੰ ਕਿਰਪਾ ਕਰਕੇ ਨੇਤਰਾਂ ਨੂੰ ਗਿਆਨ ਬਖਸ਼ ਦਿੰਦਾ, ਗਿਆਨ ਦੇ ਚਕਸ਼ੂ, ਉਹ ਭਰਮਾਂ ਭੁਲੇਖਿਆਂ ਤੋਂ ਬਚ ਜਾਂਦੇ ਨੇ। ਸਾਧ ਸੰਗਤ, ਇਹ ਸਾਡੇ ਨੇਤਰ ਗੁਰੂ ਸਾਹਿਬ ਕਹਿੰਦੇ ਅੰਨੇ ਹਨ। ਜਿੰਨੀ ਦੇਰ ਇਹਨਾਂ ਨੂੰ ਗੁਰੂ ਦਾ ਗਿਆਨ ਨਹੀਂ ਮਿਲੇਗਾ, ਓਨੀ ਦੇਰ ਇਹ ਸਾਡੇ ਨੇਤਰ ਅੰਨੇ ਰਹਿਣਗੇ। ਕਹੋ ਨਾਨਕ, ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਜਦੋਂ ਸਤਿਗੁਰੂ ਨੂੰ ਮਿਲਾਂਗੇ, ਗੁਰੂ ਦੇ ਕੋਲੋਂ ਗਿਆਨ ਮਿਲੇਗਾ, ਚਾਨਣ ਮਿਲੇਗਾ, ਰੌਸ਼ਨੀ ਮਿਲੇਗੀ, ਤਾਂ ਹੀ ਅਸੀਂ ਕੁਝ ਵੇਖਣ ਦੇ ਸਮਰੱਥ ਹੋਵਾਂਗੇ। ਸਾਧ ਸੰਗਤ, ਸਾਡੀਆਂ ਅੱਖਾਂ ਦੇ ਵਿੱਚ ਜੋਤ ਹੈ, ਪਰ ਜੇ ਸੰਸਾਰ ਨੂੰ ਵੇਖਣਾ ਤੇ ਬਾਹਰੀ ਤੌਰ ਤੇ ਵੀ ਜੋਤ ਜਗਦੀ ਹੋਣੀ ਚਾਹੀਦੀ ਹੈ। ਸਾਰਾ ਸੰਸਾਰ ਸਾਡੇ ਅੱਖਾਂ ਦੇ ਸਾਹਮਣੇ ਹੈ। ਦਿਨ ਦੇ ਵੇਲੇ ਸਾਨੂੰ ਹਰ ਇੱਕ ਚੀਜ਼ ਦਿਸਦੀ ਹੈ ਤੇ ਕਈ ਕੋਹਾਂ ਤੱਕ ਅਸੀਂ ਵੇਖਣ ਦੇ ਸਮਰੱਥ ਹਾਂ। ਕਿਉਂ? ਕਿਉਂਕਿ ਬਾਹਰ ਜੋਤ ਹੈ, ਲਾਈਟ ਹੈ, ਪ੍ਰਕਾਸ਼ ਹੈ। ਤੇ ਫਰਜ਼ ਕਰੋ ਜੇ ਹਨੇਰਾ ਹੋ ਜਾਏ, ਬਾਹਰ ਦੀਆਂ ਸਾਰੀਆਂ ਲਾਈਟਾਂ ਪ੍ਰਕਾਸ਼ ਬੰਦ ਹੋ ਜਾਏ, ਤਾਂ ਸਾਡੀਆਂ ਅੱਖਾਂ ਦੇ ਵਿੱਚ ਜੋਤ ਹੋਣ ਦੇ ਬਾਵਜੂਦ ਵੀ ਅਸੀਂ ਕੋਈ ਵੀ ਚੀਜ਼ ਵੇਖ ਨਹੀਂ ਸਕਦੇ। ਸਾਰਾ ਕੁਝ ਸਾਡੇ ਸਾਹਮਣੇ ਪਿਆ ਹੋਵੇਗਾ, ਸਾਡੀਆਂ ਅੱਖਾਂ ਦੇ ਵਿੱਚ ਜੋਤ ਹੈ, ਪਰ ਬਾਹਰ ਪ੍ਰਕਾਸ਼ ਨਾ ਹੋਣ ਕਰਕੇ, ਜੋਤ ਨਾ ਹੋਣ ਕਰਕੇ, ਚਾਨਣ ਨਾ ਹੋਣ ਕਰਕੇ ਸਾਨੂੰ ਕੋਈ ਵੀ ਚੀਜ਼ ਨਜ਼ਰ ਨਹੀਂ ਆ ਰਹੀ। ਅੱਖਾਂ ਵਿੱਚ ਜੋਤ ਹੈ, ਪਰ ਜੇ ਸੰਸਾਰ ਨੂੰ ਤੱਕਣਾ ਤੇ ਬਾਹਰ ਵੀ ਪ੍ਰਕਾਸ਼ ਹੋਣਾ ਚਾਹੀਦਾ ਹੈ। ਜਦੋਂ ਰਾਤ ਪੈਂਦੀ ਹਨੇਰਾ ਹੁੰਦਾ, ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਪਰ ਦਿਨ ਦੇ ਉਜਾਲੇ ਹੁੰਦਿਆਂ ਸਭ ਕੁਝ ਨਜ਼ਰੀ ਪੈਂਦਾ ਏ। ਇਸੇ ਤਰ੍ਹਾਂ ਹਜ਼ੂਰ ਨੇ ਆਖਿਆ, ਸਾਡੇ ਕੋਲ ਇਹ ਅੱਖਾਂ ਨੇ, ਨੇਤਰ ਨੇ, ਪਰ ਜਦੋਂ ਗੁਰੂ ਦਾ ਗਿਆਨ ਮਿਲਦਾ ਏ, ਗਿਆਨ ਰੂਪੀ ਚਾਨਣ ਮਿਲਦਾ ਏ, ਤੇ ਤਾਂ ਹੀ ਅਸੀਂ ਕੁਝ ਵੇਖਣ ਦੇ ਸਮਰੱਥ ਹੁੰਦੇ ਹਾਂ। ਆਤਮਾ ਦੀਆਂ ਅੱਖਾਂ ਆਤਮਿਕ ਤੌਰ ਤੇ ਜਦੋਂ ਗੁਰੂ ਰਹਿਮਤ ਕਰਕੇ ਜੀਵਨ ਜਿਉਣ ਦੀ ਜੁਗਤ ਦਿੰਦਾ ਏ, ਉਦੋਂ ਹੀ ਮਨੁੱਖ ਕੁਝ ਚੰਗਾ ਸੋਚਣ ਦੇ ਸਮਰੱਥ ਹੁੰਦਾ ਏ। ਤੇ ਜਿਸ ਨੂੰ ਸਤਿਗੁਰੂ ਨੇ ਕਿਰਪਾ ਕਰਕੇ, ਜਿਸ ਦੀਆਂ ਆਤਮਿਕ ਅੱਖਾਂ ਨੂੰ ਗਿਆਨ ਰੂਪੀ ਚਾਨਣ ਦਿੱਤਾ, ਹਜ਼ੂਰ ਕਹਿੰਦੇ ਉਹਦੀ ਜ਼ਿੰਦਗੀ ਵਿੱਚ ਕੋਈ ਭਰਮ ਨਹੀਂ ਰਿਹਾ ਫਿਰ। ਤੇ ਹਜ਼ੂਰ ਨੇ ਗਿਆਨ ਦੇ ਰਾਹੀਂ, ਗਿਆਨ ਦਾ ਸੁਰਮਾ ਨੇਤਰਾਂ ਦੇ ਵਿੱਚ ਪਾ ਕੇ, ਗਿਆਨ ਅੰਜਨ ਸਤਿਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਕੱਟਿਆ। ਬਹੁਤ ਤਰ੍ਹਾਂ ਦੇ ਭਰਮ ਜਿਹੜੇ ਨੇ ਉਹਨਾਂ ਦੇ ਵਿੱਚ ਮਨੁੱਖ ਫਸਿਆ ਹੋਇਆ ਸੀ, ਤੇ ਗੁਰੂ ਨੇ ਆ ਕੇ ਉਹ ਸਾਰੇ ਭਰਮ ਜਿਹੜੇ ਨੇ ਦੂਰ ਕੀਤੇ ਨੇ। ਹੁਣ ਜੇ ਭਰਮਾਂ ਦੀ ਗੱਲ ਕਰੀਏ ਤੇ ਸਭ ਤੋਂ ਵੱਡਾ ਭਰਮ ਜਿਹੜਾ ਹੈ ਉਹ ਮਨੁੱਖ ਨੂੰ ਇਹੀ ਹੈ ਕਿ ਮੈਂ ਵਾਹਿਗੁਰੂ ਤੋਂ ਵੱਖਰਾ। ਭਗਤ ਰਵਿਦਾਸ ਜੀ ਕਹਿੰਦੇ, ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। जब हम होते तब तू नाही, अब तू ही मैं नाही, अनल अगम जैसे लहर में ओदद जल, केवल जल माही। पानी है ते तां ही लहरां पैदा होईयां ने, पानी है ते तां ही बुलबुले बने ने, पानी है ते तां ही झग बन रही है। जे लहरां बुलबुले ते पानी विच उठन वाली झग ये सोच लवे कि मेरा कोई अपना वजूद है, ਤਾਂ ਆਪਾਂ ਕੀ ਕਹਾਂਗੇ? ਇਹ ਗੱਲ ਠੀਕ ਨਹੀਂ, ਇਹ ਭਰਮ ਹੋ ਸਕਦਾ, ਇਹ ਗੱਲ ਸੱਚੀ ਨਹੀਂ ਹੈ। ਪਾਣੀ ਤੋਂ ਬਿਨਾਂ ਤੇਰਾ ਕੋਈ ਵਜੂਦ ਨਹੀਂ। ਤੇ ਜੇ ਮਨੁੱਖ ਵੀ ਇਹ ਸਮਝ ਲਵੇ ਕਿ ਮੇਰੀ ਹਸਤੀ ਵੱਖਰੀ ਹੈ, ਮੇਰਾ ਆਪਣਾ ਵਜੂਦ ਹੈ, ਤਾਂ ਇਹ ਸਾਡਾ ਭਰਮ ਹੋ ਸਕਦਾ ਹੈ। ਵਾਹਿਗੁਰੂ ਤੋਂ ਬਿਨਾਂ ਸਾਡੀ ਕੋਈ ਪਾਇਆ ਨਹੀਂ, ਉਹਦੇ ਕਰਕੇ ਹੀ ਇਹ ਸਾਰਾ ਸੰਸਾਰ ਹੈ।
ਉਹਦਾ ਹੀ ਰੂਪ ਹੈ ਸਾਰਾ ਸੰਸਾਰ। ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੇ ਉਹ ਸਭ ਠਾਈ। ਹੁਣ ਇਹ ਭੁਲੇਖਾ ਸੀ ਬਹੁਤ ਵੱਡਾ। ਗੁਰੂ ਨੇ ਦੂਰ ਕੀਤਾ ਗਿਆਨ ਦਾ ਸੁਰਮਾ ਨੇਤਰਾਂ ਦੇ ਵਿੱਚ ਪਾ ਕੇ। ਆਖਿਆ ਉਹ ਵਾਹਿਗੁਰੂ ਪਰਮੇਸ਼ਰ ਤੂੰ ਉਹਦਾ ਹੀ ਰੂਪ ਹੈ, ਪਰ ਸਮਝ ਨਹੀਂ ਤੈਨੂੰ ਆ ਰਹੀ। ਤੇਰੇ ਕੋਲ ਭਰਮ ਦਾ ਹਨੇਰਾ ਹੈ। ਤੇ ਜਦੋਂ ਗੁਰੂ ਨੇ ਗਿਆਨ ਦਾ ਦੀਵਾ ਬਾਲਿਆ, ਮਨੁੱਖ ਨੂੰ ਸਮਝ ਆ ਗਈ। ਇਸੇ ਤਰ੍ਹਾਂ ਪਰਮੇਸ਼ਰ ਦੇ ਬਾਰੇ ਬਹੁਤ ਸਾਰੇ ਭਰਮ ਮਨੁੱਖ ਦੇ ਮਨ ਵਿੱਚ ਪਏ ਸਨ। ਅੱਜ ਵੀ ਬੜੇ ਲੋਕ ਭਰਮਾਂ ਵਿੱਚ ਫਸੇ ਹੋਏ ਨੇ। ਅੱਜ ਵੀ ਲੋਕ ਰੱਬ ਦੇ ਨਾਂ ਤੇ ਬੜੇ ਭਰਮ ਕਰਦੇ ਨੇ। ਤੇ ਗੁਰੂ ਸਾਹਿਬਾਨਾਂ ਦੇ ਸਮੇਂ ਬਹੁਤ ਵੱਡੇ ਭਰਮ ਲੋਕਾਂ ਦੇ ਮਨ ਵਿੱਚ। ਕਿਸੇ ਨੇ ਆਖਿਆ ਕਿ ਉਹਦਾ ਵਾਸਾ ਤੇ ਪੱਛਮ ਦੇ ਵਿੱਚ ਹੈ, ਕਿਸੇ ਨੇ ਦੱਖਣ ਦੇ ਵਿੱਚ ਕਿਹਾ। ਪਰ ਸਤਿਗੁਰੂ ਨੇ ਭਰਮ ਦੂਰ ਕੀਤੇ। ਜਿਸ ਵੇਲੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਾਬੇ ਦੀ ਧਰਤੀ ਤੇ ਜਾਂਦੇ ਨੇ, ਉਸ ਵੇਲੇ ਮਹਾਰਾਜ ਨੇ ਇਹ ਭੁਲੇਖਾ ਉਹਨਾਂ ਦਾ ਦੂਰ ਕੀਤਾ। ਆਖਿਆ ਅੱਲਾ ਸਾਰੇ ਪਾਸੇ ਮੌਜੂਦ ਹੈ, ਉਹ ਕਿਸੇ ਖਾਸ ਦਿਸ਼ਾ ਦੇ ਵਿੱਚ ਨਹੀਂ ਬੈਠਾ ਹੋਇਆ। ਕਬੀਰ ਸਾਹਿਬ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਦੱਖਣ ਦੇਸ਼ ਹਰੀ ਕਾ ਬਾਸਾ, ਪਸ਼ਚਮ ਅੱਲਾ ਮੁਕਾਮਾ। ਇਹ ਲੋਕ ਮੰਨ ਰਹੇ ਨੇ, ਪਰ ਕਬੀਰ ਸਾਹਿਬ ਕਹਿੰਦੇ ਜਰਾ ਧਿਆਨ ਮਾਰ ਕੇ ਆਪਣੇ ਅੰਦਰ ਵੇਖੋ, ਰੱਬ ਤੁਹਾਨੂੰ ਅੰਦਰੋਂ ਹੀ ਮਿਲ ਜਾਏਗਾ। ਉਹ ਕਿਸੇ ਖਾਸ ਦਿਸ਼ਾ ਵਿੱਚ ਨਹੀਂ ਬੈਠਾ ਹੋਇਆ, ਉਹਦਾ ਵਾਸਾ ਸਾਰੀਆਂ ਥਾਵਾਂ ਤੇ ਹੈ, ਸਭ ਥਾਵਾਂ ਤੇ ਰਮਿਆ ਹੋਇਆ। ਸਦ ਹਜੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਭਇਓ ਦੁਰਾਈ। ਮਹਾਰਾਜ ਨੇ ਇਹ ਭਰਮ ਲੋਕਾਂ ਦਾ ਦੂਰ ਕੀਤਾ, ਇਹ ਭੁਲੇਖਾ ਲੋਕਾਂ ਦਾ ਦੂਰ ਕੀਤਾ। ਕਿਤੇ ਲੋਕ ਇਸ ਤਰ੍ਹਾਂ ਦੇ ਭਰਮ ਵਿੱਚ ਫਸੇ ਸਨ ਕਿ ਸੂਰਜ ਤੋਂ ਅੱਗੇ ਸਾਡਾ ਪਿੱਤਰ ਲੋਕ ਹੈ, ਤੇ ਜੇ ਅਸੀਂ ਨਦੀ ਵਿੱਚ ਖੜ ਕੇ ਸੂਰਜ ਵਾਲੇ ਪਾਸੇ ਮੂੰਹ ਕਰਕੇ ਸੂਰਜ ਨੂੰ ਪਾਣੀ ਦਾਨ ਕਰਾਂਗੇ ਤਾਂ ਉਹ ਪਾਣੀ ਸਾਡੇ ਪਿੱਤਰਾਂ ਤੱਕ ਪਹੁੰਚ ਜਾਏਗਾ। ਮਹਾਰਾਜ ਨੇ ਇਹ ਭਰਮ ਦੂਰ ਕਰਨ ਵਾਸਤੇ ਲਹਿੰਦੇ ਵਾਲੇ ਪਾਸੇ ਮੂੰਹ ਕਰਕੇ ਤਲਵੰਡੀ ਰਾਏ ਭੋਏ ਉਧਰ ਨੂੰ ਮੂੰਹ ਕਰ ਲਿਆ ਤੇ ਮਹਾਰਾਜ ਪਾਣੀ ਝੱਟਣ ਲੱਗ ਪਏ। ਉਹ ਕਹਿੰਦੇ ਤੁਸੀਂ ਕੀ ਕਰਦੇ ਹੋ? ਮਹਾਰਾਜ ਕਹਿੰਦੇ ਪਹਿਲਾਂ ਦੱਸੋ ਤੁਸੀਂ ਕੀ ਕਰਦੇ ਹੋ? ਕਹਿੰਦੇ ਅਸੀਂ ਪਿੱਤਰਾਂ ਨੂੰ ਪਾਣੀ ਅਰਪਿਤ ਕਰ ਰਹੇ ਹਾਂ, ਸੂਰਜ ਨੂੰ ਪਾਣੀ ਦੇ ਰਹੇ, ਸੂਰਜ ਤੋਂ ਅੱਗੇ ਸਾਡਾ ਪਿੱਤਰ ਲੋਕ ਉੱਥੋਂ ਤੱਕ ਪਾਣੀ ਪਹੁੰਚੇਗਾ। ਮਹਾਰਾਜ ਕਹਿੰਦੇ ਠੀਕ ਹੈ, ਫਿਰ ਲੱਗੇ ਰਹੋ ਭਾਈ। ਹੌਲੀ ਹੌਲੀ ਹਜੂਰ ਵੀ ਪਾਣੀ ਦੇਣ ਲੱਗ ਪਏ। ਫਿਰ ਦੁਬਾਰਾ ਕਹਿੰਦੇ ਪਰ ਤੁਸੀਂ ਕਿਹੜੇ ਪਾਸੇ ਪਾਣੀ ਦੇ ਰਹੇ ਹੋ? ਮਹਾਰਾਜ ਨੇ ਆਖਿਆ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ, ਫਸਲ ਨੂੰ ਪਾਣੀ ਦੇ ਰਿਹਾ ਤਲਵੰਡੀ। ਉਹ ਹੱਸਣ ਲੱਗ ਪਏ, ਕਹਿੰਦੇ ਤੁਹਾਡਾ ਪਾਣੀ ਬੁੱਕਾਂ ਭਰ ਭਰ ਡੋਲੀਆਂ ਤਾਂ ਇੱਥੇ ਡੁੱਲ ਰਿਹਾ, ਉਹ ਤਲਵੰਡੀ 300 ਮੀਲ ਕਿਵੇਂ ਪਹੁੰਚੇਗਾ? ਮਹਾਰਾਜ ਕਹਿੰਦੇ ਕਿਉਂ ਨਹੀਂ ਪਹੁੰਚ ਸਕਦਾ? ਜੇ ਤੁਹਾਡਾ ਪਾਣੀ ਕਰੋੜਾਂ ਮੀਲ ਸੂਰਜ ਤੱਕ ਤੇ ਉਸ ਤੋਂ ਅੱਗੇ ਪਿੱਤਰ ਲੋਕ ਤੱਕ ਪਹੁੰਚੇਗਾ ਤਾਂ ਤਲਵੰਡੀ ਤਾਂ ਆ ਖੜੀ ਹੈ। ਮਹਾਰਾਜ ਨੇ ਜਦੋਂ ਇਸ ਤਰ੍ਹਾਂ ਦਲੀਲ ਨਾਲ ਗੱਲ ਕੀਤੀ, ਉਹਨਾਂ ਦਾ ਭਰਮ ਦੂਰ ਹੋ ਗਿਆ। ਹਜ਼ੂਰ ਨੇ ਆਖਿਆ ਪਿੱਤਰਾਂ ਦੀ ਮਾਂ ਪਿਓ ਦੀ ਜਿਉਂਦੇ ਜੀ ਸੇਵਾ ਕਰਨੀ ਹੈ। ਕਬੀਰ ਸਾਹਿਬ ਦੇ ਬਚਨ ਨੇ, ਜੀਵਤ ਪਿੱਤਰ ਨਾ ਮਾਨੇ ਕੋਊ, ਮੂਏ ਸਰਾਧ ਕਰਾਹੀ। ਕਹਿਣ ਲੱਗੇ ਮਰਿਆਂ ਤੋਂ ਬਾਅਦ ਕੀਤੇ ਕਰਮ ਜਿਹੜੇ ਨੇ ਕੇਵਲ ਫੋਕਟ ਕਰਮ ਨੇ, ਇੱਕ ਭਰਮ ਹੈ, ਕੋਈ ਲਾਭ ਨਹੀਂ ਹੋਣਾ। ਸੇਵਾ ਕਰਨੀ ਜਿਉਂਦੇ ਜੀ ਕਰੋ। ਇਸੇ ਤਰ੍ਹਾਂ ਲੋਕ ਰਾਸ਼ੀਆਂ ਦੇ ਵਹਿਮਾਂ ਵਿੱਚ ਪਏ ਹੋਏ ਨੇ। ਜਿੰਨੇ ਵੀ ਟੀਵੀ ਚੈਨਲ ਨੇ, ਇਹਨਾਂ ਦੇ ਉੱਪਰ ਬਹੁਤ ਸਾਰੇ ਰਾਸ਼ੀਆਂ, ਨਗਾਂ ਦੇ ਬਾਰੇ, ਗ੍ਰਹਿਆਂ ਦੇ ਬਾਰੇ ਦੱਸਣ ਵਾਲੇ ਬੜੇ ਲੋਕ ਬੈਠੇ ਹੋਏ ਨੇ। ਤੇ ਜਿਹੜੇ ਲੋਕ ਰਾਸ਼ੀਆਂ ਗ੍ਰਹਿਆਂ ਦੇ ਬਾਰੇ ਦੱਸ ਰਹੇ ਨੇ, ਉਹ ਚੈਨਲਾਂ ਨੂੰ ਮੋਟਾ ਪੈਸਾ ਦੇ ਰਹੇ, ਮੋਟਾ। ਉਹਨਾਂ ਥੱਲੇ ਆਪਣੇ ਨੰਬਰ ਦਿੱਤੇ ਹੋਏ ਨੇ। ਉਹ ਜਾਣਦੇ ਨੇ ਕਿ ਵਹਿਮੀ ਲੋਕ ਸਾਨੂੰ ਫੋਨ ਕਰਨਗੇ, ਅਸੀਂ ਉਹਨਾਂ ਨੂੰ ਉਪਾਅ ਦੱਸਾਂਗੇ ਤੇ ਸਾਡੀ ਕਮਾਈ ਹੋਵੇਗੀ। ਬੜੇ ਲੋਕ ਨੇ ਜਿਹੜੇ ਵਹਿਮਾਂ ਵਿੱਚ ਪਏ ਹੋਏ, ਇਹਨਾਂ ਪੁਜਾਰੀ ਸ਼੍ਰੇਣੀਆਂ ਕੋਲੋਂ ਆਪਣੇ ਉਪਾਅ ਪੁੱਛਦੇ ਨੇ ਕਿ ਅਸੀਂ ਕੀ ਉਪਾਅ ਕਰੀਏ, ਅਸੀਂ ਆਹ ਕੰਮ ਕਰਨਾ ਹੈ।
ਇਹ ਲੋਕ ਫਿਰ ਵਹਿਮਾਂ ਵਿੱਚ ਪਾ ਕੇ ਲੁੱਟ ਰਹੇ ਨੇ। ਦਿਸ਼ਾ ਦਾ ਵਹਿਮ ਹੈ ਕਿ ਤੁਸੀਂ ਫਲਾਣੇ ਵਾਰ ਫਲਾਣੀ ਦਿਸ਼ਾ ਵੱਲ ਨਹੀਂ ਜਾਣਾ, ਅੱਜ ਤੁਹਾਡੀ ਰਾਸ਼ੀ ਆ ਹੈ ਤੇ ਤੁਸੀਂ ਆ ਫਲ ਨਹੀਂ ਖਾਣਾ, ਅੱਜ ਤੁਸੀਂ ਫਲਾਣਾ ਕੰਮ ਨਹੀਂ ਕਰਨਾ, ਅੱਜ ਤੁਸੀਂ ਹੱਥ ਦੇ ਵਿੱਚ ਫਲਾਣੇ ਨਗ ਦੀ ਅੰਗੂਠੀ ਪਾਉਣੀ ਹੈ। ਇਸ ਤਰ੍ਹਾਂ ਦੇ ਸੈਂਕੜੇ ਤਰ੍ਹਾਂ ਦੇ ਭਰਮ ਜਿਹੜੇ ਨੇ ਪੈਦਾ ਕੀਤੇ ਜਾਂਦੇ। ਅੱਜ ਤੁਸੀਂ ਫਲਾਣੇ ਰੰਗ ਦਾ ਕੱਪੜਾ ਨਹੀਂ ਪਾਉਣਾ, ਅੱਜ ਤੁਸੀਂ ਫਲਾਣੇ ਬੰਦੇ ਨੂੰ ਨਹੀਂ ਮਿਲਣਾ, ਐਸੇ ਭਰਮ। ਪਰ ਗੁਰੂ ਸਾਹਿਬ ਨੇ ਆਖਿਆ ਮੇਰਾ ਸਿੱਖ ਭਰਮਾਂ ਦੇ ਵਿੱਚ ਨਹੀਂ ਪਏਗਾ, ਉਹ ਭਰਮ ਤੇ ਭੇਖ ਤੋਂ ਨਿਆਰਾ ਰਹੇਗਾ। ਪੰਡਤ ਨਿਤਿਆਨੰਦ 6ਵੇਂ ਪਾਤਸ਼ਾਹ ਦੇ ਸਮੇਂ ਦਰਬਾਰ ਦੇ ਵਿੱਚ ਹਾਜ਼ਰ ਹੋਇਆ। ਕਹਿਣ ਲੱਗਾ ਮਹਾਰਾਜ ਆਪ ਜੀ ਦੇ ਘਰ ਮੈਂ ਆ ਕੇ ਕੁਝ ਦਿਨ ਇੱਥੇ ਸਿੱਖਾਂ ਨੂੰ ਗਰੁੜ ਪੁਰਾਣ ਦੀ ਕਥਾ ਸੁਣਾਉਣੀ ਚਾਹੁੰਦਾ, ਤਾਂ ਕਿ ਸਿੱਖਾਂ ਨੂੰ ਇਹ ਗਿਆਨ ਮਿਲ ਸਕੇ ਕਿ ਉਹ ਸਵਰਗਾਂ ਦੇ ਵਿੱਚ ਕਿੰਨੇ ਦਿਨਾਂ ਵਿੱਚ ਪਹੁੰਚਣਗੇ, ਸਵਰਗ ਉਹਨਾਂ ਨੂੰ ਕਿਵੇਂ ਮਿਲੇਗਾ। ਮਹਾਰਾਜ ਨੇ ਆਖਿਆ ਠੀਕ ਹੈ, ਕਿਉਂਕਿ ਸਤਿਗੁਰੂ ਪਰਖ ਕਰਨੀ ਚਾਹੁੰਦੇ ਸਨ ਸਿੱਖਾਂ ਦੀ ਕਿ ਜੋ ਉਪਦੇਸ਼ ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਦ੍ਰਿੜ ਕਰਾਇਆ ਜਾ ਰਿਹਾ ਹੈ, ਕਿ ਉਹ ਉਪਦੇਸ਼ ਸਿੱਖਾਂ ਨੇ ਦ੍ਰਿੜ ਕੀਤਾ ਜਾਂ ਨਹੀਂ। ਪੰਡਤ ਨਿਤਿਆਨੰਦ ਨੇ ਗਰੁੜ ਪੁਰਾਣ ਦਾ ਪਾਠ ਕਰਕੇ ਉਹਦੀ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ। ਆਖਿਆ 1 ਸਾਲ ਦਾ ਸਮਾਂ ਲੱਗਦਾ ਏ ਮਰਨ ਤੋਂ ਬਾਅਦ ਸਵਰਗਾਂ ਤੱਕ ਪਹੁੰਚਣ ਦੇ ਲਈ। ਤੇ ਉੱਥੇ ਗੁਰਸਿੱਖਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇੱਕ ਕਹਿਣ ਲੱਗਾ ਜੀ ਅਸੀਂ ਤੇ 1 ਦਿਨ ਵਿੱਚ ਹੀ ਪਹੁੰਚ ਜਾਵਾਂਗੇ, ਕੁਝ ਸਿੱਖ ਕਹਿਣ ਲੱਗੇ ਜੀ ਅਸੀਂ ਤੇ ਘੰਟਿਆਂ ਦੇ ਵਿੱਚ ਪਹੁੰਚ ਜਾਵਾਂਗੇ, ਕੁਝ ਸਿੱਖ ਕਹਿਣ ਲੱਗੇ ਜੀ ਅਸੀਂ ਮਿੰਟਾਂ ਵਿੱਚ ਹੀ ਪਹੁੰਚ ਜਾਵਾਂਗੇ। ਜਦੋਂ ਹਜੂਰ ਦੇ ਕੋਲ ਗੱਲ ਪਹੁੰਚੀ ਤੇ ਮਹਾਰਾਜ ਕਹਿੰਦੇ ਭਾਈ ਜਿਸ ਪਿੰਡ ਨਹੀਂ ਜਾਣਾ ਉਹਦਾ ਰਸਤਾ ਪੁੱਛਣ ਦੀ ਲੋੜ ਨਹੀਂ। ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਣ ਨ ਕੱਢਤੇ ਆਪਣੇ ਗੁਰ ਪ੍ਰਸਾਦੇ। ਅਸੀਂ ਤਾਂ ਗੁਰੂ ਦੇ ਚਰਨਾਂ ਵਿੱਚ ਰਹਿਣਾ ਏ, ਸਾਡੇ ਵਾਸਤੇ ਇਹੋ ਹੀ ਸਭ ਤੋਂ ਵੱਡਾ ਸਵਰਗ ਹੈ। ਸਿੱਖ ਨੇ ਕਦੇ ਨਰਕ ਦਾ ਭੈ ਨਹੀਂ ਮੰਨਿਆ ਤੇ ਨਾ ਕਿਸੇ ਸਵਰਗ ਦੀ ਲਾਲਸਾ ਰੱਖੀ ਹੈ। ਕਬੀਰ ਸਾਹਿਬ ਕਹਿੰਦੇ ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਕੋ ਮੈਂ ਰਹੂੰ ਅੰਤ ਅਰਾਦ। कबीर चरण कमल की मौज को कह कैसे उन्मान, कह बे को शोभा नहीं देखे प्रवान। कहते बहुत दिन कथा सुनाउंदा रहा, जदों सिखां दी तसल्ली ना होई कहन लगे महाराज मैं अपने पुत्र नूं कांशी भेज के कुछ होर धर्म ग्रंथ मंगवा लवां ताकि उन्हां दे राहीं मैं तुहाडे सिखां दी तसल्ली करवा सकां। महाराज ने आख्या ठीक है। कहते कुछ भेटा दिओ माया। सतगुरु कहते लै लो, कुछ माया भी महाराज ने दे दी। हुण पंडित जी ने मुहूर्त सोधिया, धर्म ग्रंथां दा पाठ पठन कीता, कई तरह के जंतर मंत्र तंत्र पढ़ लए ते सारा कुछ वेख के समा चंगा वेख के ग्रहां दी चाल वेख के सारा कुछ ठीक ठाक वेख के अपने पुत्र नूं तोरन लगा। कहंदा जा पुत्र तू कांशी तो ग्रंथ लैके आ। ते जदों पंडित नित्यानंद दा पुत्र तुरन लगा ते अगों खोता जिहड़ा सी ना खोता हिणकिया ते उहनूं कहंदे आ जा वापस आ जा, अज नहीं जाना, हुण तू कल नूं जाई। महाराज कहंदे वापस क्यों आ गए भाई? कहंदे जी जान लगे सी ते खोता हिणकिया, गधा हिणकिया, अशुभ हो गया, शुभ नहीं हुंदा, वापस इस करके आ गए, कल नूं जावांगे। ते हजूर कहन लगे पंडित जी तुसीं इन्ने ग्रंथां दे मंत्रां दे जाप कीते, कई पत्रियां वाच के शुभ मुहूर्त कढ़िया, पर इह सारे कुछ दे उपर जे एक गधे दा हिणकना ही भारी पै गया तां ऐसे ग्रंथां दी विचार असीं नहीं सुणनी चाहुंदे। तुसीं अपना बोरिया बिस्तरा लैके इत्थों तुरदे बनो। कहण तों भाव कि लोकां दे अंदर बहुत वड्डे भरम भुलेखे, बहुत वड्डे भरम लोकां अंदर छुपे होए ने। हिंदुस्तान दे अंदर ते इहो जिहे भरम ने, तुसीं हैरान होवोगे सुण के भी जे बिल्ली रस्ते विचों अगों लंघ जाए ते कहण लगे काम अपना बनना नहीं, क्योंकि बिल्ली रस्ता कट गई है।
ਇਹੋ ਜਿਹੇ ਭਰਮ ਲੋਕਾਂ ਦੇ ਮਨ ਵਿੱਚ ਨੇ। ਕੋਈ ਖਾਲੀ ਬਰਤਨ ਲੈ ਕੇ ਅੱਗੋਂ ਮਿਲ ਪਵੇ ਤੇ ਕਹਿਣ ਲੱਗੇ ਹੁਣ ਵੀ ਕੰਮ ਸਿਰੇ ਨਹੀਂ ਚੜ੍ਹਨਾ। ਖਾਲੀ ਭਾਂਡਾ ਬਰਤਨ ਲੈ ਕੇ ਕੋਈ ਅੱਗੋਂ ਮਿਲ ਪਿਆ। ਭਰਮ ਲੋਕਾਂ ਦੇ ਮਨ ਵਿੱਚ। ਕਈਆਂ ਨੇ ਦਿਨਾਂ ਵਾਰਾਂ ਦੇ ਭਰਮ ਮਨ ਵਿੱਚ ਪੈਦਾ ਕਰ ਲਏ ਕਿ ਫਲਾਣਾ ਦਿਨ ਚੰਗਾ, ਫਲਾਣਾ ਵਾਰ ਮਾੜਾ। ਮਹਾਰਾਜ ਨੇ ਆਖਿਆ ਨਾ ਕੋਈ ਦਿਨ ਸਿੱਖ ਵਾਸਤੇ ਚੰਗਾ ਹੈ, ਨਾ ਕੋਈ ਮਾੜਾ ਹੈ। ਸਾਰਾ ਸਮਾਂ ਇੱਕੋ ਜਿਹਾ ਹੈ। ਪਰ ਜੇ ਅਸੀਂ ਚਾਹੁੰਦੇ ਹਾਂ ਸਾਡੇ ਦਿਨ ਚੰਗੇ ਆ ਜਾਣ, ਸਾਡੇ ਵਾਸਤੇ ਸਮਾਂ ਸ਼ੋਭਨੀਕ ਹੋਵੇ, ਤਾਂ ਉਹ ਸਮਾਂ ਕਿਹੜਾ ਏ? ਜਦੋਂ ਅਸੀਂ ਗੁਰੂ ਕੀ ਸੰਗਤ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਉਹ ਸਮਾਂ ਸਾਡੇ ਵਾਸਤੇ ਬੜਾ ਚੰਗਾ। ਤੇ ਚੰਗੇ ਦਿਨਾਂ ਦੀ, ਚੰਗੇ ਸਮੇਂ ਦੀ ਉਡੀਕ ਹਰ ਇੱਕ ਨੂੰ ਰਹਿੰਦੀ ਹੈ। ਵੇਖੋ ਸਰਕਾਰਾਂ ਵੀ ਜਦੋਂ ਸੱਤਾ ਵਿੱਚ ਆਉਂਦੀਆਂ ਨੇ, ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹ ਵੀ ਲਾਰਾ ਲਾ ਦਿੰਦੀਆਂ ਨੇ ਵੀ ਜੇ ਅਸੀਂ ਆ ਗਏ ਨਾ ਤਾਂ ਫਿਰ ਚੰਗੇ ਦਿਨ ਆਉਣੇ ਸ਼ੁਰੂ ਹੋ ਜਾਣਗੇ, ਅੱਛੇ ਦਿਨ ਆਏਂਗੇ। ਸਰਕਾਰਾਂ ਵੀ ਲਾਰਾ ਲਾਉਂਦੀਆਂ ਨੇ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਲੋਕਾਂ ਦੇ ਅੱਛੇ ਦਿਨ ਨਹੀਂ ਆਉਂਦੇ, ਚੰਗੇ ਦਿਨ ਨਹੀਂ ਆਉਂਦੇ। ਪਰ ਗੁਰੂ ਨੇ ਸਾਡੇ ਨਾਲ ਵਾਅਦਾ ਕੀਤਾ, ਕਹਿਣ ਲੱਗੇ ਤੁਹਾਡੇ ਚੰਗੇ ਦਿਨ ਆ ਸਕਦੇ ਨੇ। ਮਹਾਰਾਜ ਕਿਵੇਂ? ਆਖਿਆ ਜੇ ਗੁਰ ਉਪਦੇਸ਼ ਨਾਲ ਜੁੜ ਜਾਓਗੇ, ਭਰਮਾਂ ਵਹਿਮਾਂ ਤੋਂ ਮੁਕਤ ਹੋਗੇ, ਤੁਹਾਡੇ ਅੱਛੇ ਦਿਨ ਆ ਸਕਦੇ ਨੇ। ਗੁਰ ਚਰਨ ਲਾਗੇ ਦਿਨ ਸੁਭਾਗੇ। ਚੰਗੇ ਦਿਨ ਸਾਡੇ ਆ ਸਕਦੇ ਨੇ ਜਦੋਂ ਗੁਰੂ ਦੇ ਚਰਨਾਂ ਨਾਲ ਜੁੜਾਂਗੇ, ਗੁਰੂ ਦੇ ਉਪਦੇਸ਼ ਨਾਲ ਜੁੜ ਜਾਵਾਂਗੇ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਨੇਤਰਾਂ ਦੇ ਅੰਦਰ ਮਹਾਰਾਜ ਨੇ ਗਿਆਨ ਦਾ ਅੰਜਨ ਸੁਰਮਾ ਪਾਇਆ, ਜਿਨ੍ਹਾਂ ਦੀਆਂ ਆਤਮਿਕ ਅੱਖਾਂ ਨੂੰ ਗਿਆਨ ਬਖਸ਼ਿਸ਼ ਕੀਤਾ, ਉਹਨਾਂ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਗਏ। ਉਹਨਾਂ ਦੀ ਸੇਵਾ ਥਾਂ ਪੈ ਜਾਂਦੀ ਹੈ। ਸ਼ੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਮਹਾਰਾਜ ਸ਼ੁਕਰਾਨਾ ਕਰਦੇ ਨੇ ਵਾਹਿਗੁਰੂ ਅਕਾਲ ਪੁਰਖ ਦਾ, ਜਿਸ ਨੇ ਮਿਹਰ ਕਰਕੇ, ਕਿਰਪਾ ਕਰਕੇ ਚੇਚਕ ਦੇ ਇਸ ਭਿਆਨਕ ਅਸਰ ਤੋਂ ਗੁਰੂ ਹਰਗੋਬਿੰਦ ਸਾਹਿਬ ਦੀ ਰੱਖਿਆ ਕੀਤੀ। ਹਰਗੋਬਿੰਦ ਨਵਾਂ ਨਰੋਆ, ਉਹ ਨਵੇਂ ਨਰੋਏ ਹੋ ਗਏ, ਤੰਦਰੁਸਤ ਹੋ ਗਏ। ਵਾਹਿਗੁਰੂ ਨੇ ਆਪ ਹੀ ਰੱਖਿਆ ਕੀਤੀ ਹੈ, ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਕਿਰਪਾ ਧਾਰੀ ਹੈ। ਨਾਨਕ ਨਾਮ ਜਪੈ ਸੋ ਜੀਵੈ। ਤੇ ਸ਼ਬਦ ਦੇ ਆਖਰੀ ਬੰਦ ਵਿੱਚ ਮਹਾਰਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਹੈ ਨਾਨਕ ਜੋ ਮਨੁੱਖ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਨੂੰ ਆਤਮਿਕ ਜੀਵਨ ਮਿਲਦਾ ਹੈ। ਜੀਵੈ ਆਤਮਿਕ ਜੀਵਨ। ਜਿਉਂਦੇ ਤੇ ਸਾਰੇ ਹੀ ਪਏ ਆਪਾਂ, ਪਰ ਸਾਧ ਸੰਗਤ ਕਈ ਵਾਰੀ ਮਨੁੱਖ ਜਿਹੜਾ ਹੈ ਆਤਮਿਕ ਤੌਰ ਤੇ ਮਰ ਚੁੱਕਾ ਹੁੰਦਾ ਹੈ, ਉਹ ਜਿੰਦਾ ਲਾਸ਼ ਬਣ ਕੇ ਘੁੰਮ ਰਿਹਾ ਹੈ। ਆਤਮਿਕ ਜੀਵਨ ਨਹੀਂ ਹੈ। ਇੰਨੇ ਜ਼ਿਆਦਾ ਵਹਿਮਾਂ ਭਰਮਾਂ ਦੇ ਵਿੱਚ ਪਿਆ ਹੋਇਆ ਮਨੁੱਖ ਆਤਮਿਕ ਤੌਰ ਤੇ ਮਰਿਆ ਹੋਇਆ, ਦੇਖਣ ਨੂੰ ਚੰਗਾ ਭਲਾ ਲੱਗੇਗਾ, ਪਰ ਜਿਹੜਾ ਵਾਹਿਗੁਰੂ ਦੀ ਬੰਦਗੀ ਵਿੱਚ ਜੁੜਿਆ ਹੋਇਆ ਹੈ ਉਹਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ। ਉਹ ਕਿਸੇ ਭਰਮ ਦੇ ਵਿੱਚ ਨਹੀਂ ਪੈਂਦਾ, ਉਹ ਡਰ ਡਰ ਕੇ ਨਹੀਂ ਮਰਦਾ ਰੋਜ਼। ਬੜੇ ਲੋਕ ਨੇ, ਲੋਕਾਂ ਦੇ ਮਨ ਵਿੱਚ ਡਰ ਤੇ ਵਹਿਮ ਹੈ, ਭਰਮ ਹੈ। ਭਰਮਾਂ ਵਿੱਚ ਪਏ ਹੋਏ ਕਈ ਲੋਕ ਮਨਮਤ ਕਰ ਰਹੇ ਨੇ ਤੇ ਮਨਮਤ ਨੂੰ ਧਰਮ ਦਾ ਨਾਂ ਦਿੰਦੇ ਵੀ ਆਹ ਕੰਮ ਅਸੀਂ ਧਰਮ ਦੇ ਨਾਂ ਤੇ ਕਰ ਰਹੇ ਹਾਂ। ਜਿਸ ਤਰ੍ਹਾਂ ਸ਼ੀਤਲਾ ਦੀ ਗੱਲ ਚੱਲ ਰਹੀ ਹੈ, ਭਗਤ ਕਬੀਰ ਸਾਹਿਬ ਨੇ ਆਖਿਆ, ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰੱਖੈ ਨਾਰ। ਅਹੋਈ ਦਾ ਭਾਵ ਸ਼ੀਤਲਾ ਦੀ ਪੂਜਾ ਕਰਨੀ, ਉਹਦੇ ਪ੍ਰਤੀ ਵਰਤ ਆਦਿਕ ਰੱਖਣੇ। ਕੱਤਕ ਦੇ ਮਹੀਨੇ ਕਹਿੰਦੇ ਮੰਨ ਲਓ ਜੇ ਉਹ ਦੇਵੀ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋ ਗਈ, ਉਹਨੇ ਹਰਦਮ ਤੁਹਾਨੂੰ ਆਪਣੇ ਨਾਲ ਰੱਖਿਆ, ਤਾਂ ਤੁਹਾਡਾ ਇਹੋ ਹੀ ਹੋ ਸਕਦਾ ਵੀ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਆਪਣਾ ਵਾਹਨ, ਆਪਣਾ ਜਿਹੜੀ ਸਵਾਰੀ ਹੈ ਉਹ ਬਣਾ ਲਏਗੀ। ਹੁਣ ਸ਼ੀਤਲਾ ਦੇ ਬਾਰੇ ਜੋ ਮਿਥਿਹਾਸ ਦੇ ਵਿੱਚ ਪ੍ਰਚਲਿਤ ਹੈ ਵੀ ਉਹ ਗਧੇ ਤੇ ਸਵਾਰੀ ਕਰਦੀ ਹੈ ਜਾਂ ਗਧੀ ਤੇ। ਕਬੀਰ ਸਾਹਿਬ ਨੇ ਫਿਰ ਬੜਾ ਇੱਥੇ ਕਟਾਕਸ਼ ਕੀਤਾ ਉਹਨਾਂ ਲੋਕਾਂ ਤੇ ਜਿਹੜੇ ਭਰਮਾਂ ਵਿੱਚ ਪਏ ਨੇ
कबीर साहब कहने लगे, कबीर हर का सिमरन छाड़ के अहोई राखे नार, गदी होए के औतरे भार सह मन चार। कहते वध तो वध फिर यही हो सकता है भी वो इस्त्री ਜਿਹੜੀ शीतला ਦੇ ਲਈ ਵਰਤ ਰੱਖਦੀ ਹੈ, ਮਰਨ ਤੋਂ ਬਾਅਦ ਉਹ ਗਦੀ ਦੀ ਜੂਨੇ ਪਏਗੀ, शीतला ਦਾ ਵਾਹਣ ਉਹਦੀ ਸਵਾਰੀ ਬਣ ਜਾਏਗੀ। ਇੰਨੇ ਕਰ ਸਕਦੀ, ਹੋਰ ਇਸ ਤੋਂ ਵੱਧ ਕੇ ਕੁਝ ਨਹੀਂ, ਇਸ ਤੋਂ ਵੱਧ ਕੇ ਕੁਝ ਨਹੀਂ। ਕਬੀਰ ਸਾਹਿਬ ਨੇ ਬੜੀ ਤਾੜਨਾ ਕੀਤੀ। ਇੱਕ ਹੋਰ ਸ਼ਲੋਕ ਹੈ ਕਬੀਰ ਸਾਹਿਬ ਦਾ, ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ। ਕਈ ਲੋਕ ਵਹਿਮਾਂ ਭਰਮਾਂ ਦੇ ਅਧੀਨ ਜਾ ਜਾ ਕੇ ਮੜੀਆਂ ਮਸਾਣਾ ਤੇ ਕਬਰਾਂ ਤੇ ਰਾਤ ਨੂੰ ਦੀਵੇ ਜਗਾਉਂਦੇ ਨੇ। ਕਬੀਰ ਸਾਹਿਬ ਨੇ ਬੜੀ ਤਾੜਨਾ ਕੀਤੀ, ਸਰਪਣ ਹੋਏ ਕੇ ਔਤਰੇ ਆਪਣੇ ਹੀ ਫਿਰ ਖਾਏ। ਕਹਿੰਦੇ ਐਸੀ ਇਸਤਰੀ ਮਰਨ ਤੋਂ ਬਾਅਦ ਸੱਪ ਦੀ ਜੂਨੇ ਪੈ ਕੇ ਆਪਣੇ ਬੱਚਿਆਂ ਨੂੰ ਆਪ ਹੀ ਖਾ ਜਾਏਗੀ। ਤਾੜਨਾ ਕੀਤੀ ਐਸੇ ਕਰਮਾਂ ਤੋਂ ਬਚਣ ਵਾਸਤੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਮੇਰਾ ਖਾਲਸਾ ਕਿਸੇ ਭਰਮ ਦੇ ਵਿੱਚ ਨਹੀਂ ਪਏਗਾ। ਖਾਲਸਾ ਖਾਸ ਕਹਾਵੇ ਸੋਈ, ਜਾ ਕੇ ਹਿਰਦੈ ਭਰਮ ਨਾ ਹੋਈ। ਭਰਮ ਭੇਖਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਜਿਹਦੇ ਅੰਦਰ ਭਰਮ ਕੋਈ ਨਹੀਂ ਉਹਨੂੰ ਮਹਾਰਾਜ ਨੇ ਖਾਲਸਾ ਆਖਿਆ। ਖਾਲਸਾ ਦਾ ਅਰਥ ਪਿਓਰ ਤੇ ਸ਼ੁੱਧ ਹੋਣਾ। ਜਾਗਤ ਜੋਤ ਜਪੇ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨਾ ਮਾਨੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਾ ਏਕ ਪਛਾਨੈ। ਜਾਗਤ ਜੋਤ ਜਪੇ ਨਿਸਬਾਸੁਰ। ਕਹਿੰਦੇ ਜਿਹੜਾ ਕਿ ਅਕਾਲ ਪੁਰਖ ਨੂੰ ਮੰਨਣ ਵਾਲਾ ਹੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਜਿਹਦੇ ਅੰਦਰ ਭਰੋਸਾ ਹੈ, ਵਿਸ਼ਵਾਸ ਹੈ ਮਾਲਕ ਦੇ ਉੱਪਰ, ਉਹ ਖਾਲਸਾ ਹੈ। ਪਰ ਜਿਹਦੇ ਅੰਦਰ ਭਰੋਸਾ ਨਹੀਂ ਹੈ, ਜਿਹੜਾ ਵਹਿਮਾਂ ਵਿੱਚ ਪੈ ਕੇ ਥਾਂ ਥਾਂ ਮਨਮਤ ਕਰਦਾ ਫਿਰਦਾ, ਉਹਨੂੰ ਖਾਲਸਾ ਨਹੀਂ ਅਸੀਂ ਕਹਿ ਸਕਦੇ। ਹਾਂ, ਬਾਹਰੋਂ ਭੇਖ ਭਾਵੇਂ ਜਿੰਨਾ ਮਰਜ਼ੀ ਕੋਈ ਬਣਾ ਲਵੇ, ਭੇਖ ਬਣਾ ਸਕਦਾ ਹੈ, ਪਰ ਖਾਲਸਾ ਉਹੀ ਹੈ ਜਿਹੜਾ ਇੱਕ ਅਕਾਲ ਦਾ ਪੁਜਾਰੀ ਹੈ, ਉਹਨੂੰ ਮੰਨਣ ਵਾਲਾ, ਉਹਦੇ ਹੁਕਮ ਦੇ ਵਿੱਚ ਤੁਰਨ ਵਾਲਾ। ਤੇ ਹਜੂਰ ਨੇ ਕਿਰਪਾ ਕੀਤੀ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ। ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ, ਕਹੇ ਹਮ ਏਕ ਨਾ ਜਾਣਿਓ। ਕਹਿਣ ਲੱਗੇ, ਹੇ ਵਾਹਿਗੁਰੂ, ਜਦੋਂ ਤੋਂ ਮੈਂ ਸੁਰਤ ਕਰਕੇ ਤੇਰੇ ਚਰਨਾਂ ਨਾਲ ਜੁੜਿਆ, ਮੈਂ ਸਾਰੇ ਭਰਮ ਭੁਲੇਖੇ ਵਹਿਮ ਛੱਡ ਦਿੱਤੇ। ਲੋਕ ਬਹੁਤ ਕੁਝ ਕਹਿੰਦੇ ਨੇ, ਪਰ ਮੈਂ ਕਿਸੇ ਦੀ ਗੱਲ ਨੂੰ ਅੱਖ ਥੱਲੇ ਵੀ ਨਹੀਂ ਲਿਆਂਦਾ। ਐਡਾ ਵਿਸ਼ਵਾਸ ਤੇ ਅਕੀਦਾ ਸਾਡਾ ਵੀ ਬਣਨਾ ਚਾਹੀਦਾ। ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਜੀ, ਜਿਹੜੇ ਤੇਰਾ ਨਾਮ ਜਪਦੇ ਨੇ ਉਹਨਾਂ ਨੂੰ ਆਤਮਿਕ ਜੀਵਨ ਮਿਲਦਾ ਹੈ। ਸਾਧ ਸੰਗ ਹਰ ਅੰਮ੍ਰਿਤ ਪੀਵੇ, ਕਿਉਂਕਿ ਉਹ ਸਾਧ ਸੰਗਤ ਵਿੱਚ ਬਹਿ ਕੇ ਨਾਮ ਰਸ ਅੰਮ੍ਰਿਤ ਨੂੰ ਪੀਂਦੇ ਨੇ, ਪ੍ਰਾਪਤ ਕਰਦੇ ਨੇ। ਇਸ ਕਰਕੇ ਉਹ ਆਤਮਿਕ ਜੀਵਨ ਪ੍ਰਾਪਤ ਕਰ ਲੈਂਦੇ ਨੇ। ਉਹਨਾਂ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਭਰਮ ਭੁਲੇਖਾ ਨਹੀਂ ਰਹਿ ਜਾਂਦਾ। ਉਹਨਾਂ ਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੁੰਦੇ ਨੇ। ਸਤਿਗੁਰੂ ਰਹਿਮਤ ਕਰਨ, ਆਪਾਂ ਵੀ ਸਤ ਸੰਗਤ ਦੇ ਵਿੱਚ ਆ ਕੇ ਜੁੜੀਏ। ਤੇ ਇਸ ਸਮੇਂ ਭਾਵੇਂ ਕਰੋਨਾ ਦੇ ਕਰਕੇ ਗੁਰਦੁਆਰਿਆਂ ਦੇ ਵਿੱਚ ਸੰਗਤ ਦਾ ਬਹੁਤਾ ਇਕੱਠ ਨਹੀਂ ਹੋ ਰਿਹਾ। ਆਪ ਜੀ ਘਰਾਂ ਵਿੱਚ ਬੈਠੇ ਹੋ, ਘਰਾਂ ਵਿੱਚ ਬੈਠ ਕੇ ਵੀ ਆਪ ਸਤਸੰਗ ਕਰ ਸਕਦੇ ਹੋ, ਕਿਉਂਕਿ ਟੀਵੀ ਮਾਧਿਅਮ ਦੇ ਰਾਹੀਂ ਘਰਾਂ ਵਿੱਚ ਬੈਠ ਕੇ ਆਪ ਕਥਾ ਕੀਰਤਨ ਪਾਵਨ ਬਾਣੀ ਜਿਹੜੀ ਨਿਰੰਤਰ ਚੱਲਦੀ ਹੈ ਉਹ ਸਰਵਨ ਕਰੋ। ਮੋਬਾਈਲ ਜਿਹੜਾ ਹੈ, ਮੋਬਾਈਲ ਦੇ ਵਿੱਚ ਵੀ ਆਪ ਜੀ ਬਾਣੀ ਸਰਵਨ ਕਰ ਸਕਦੇ ਹੋ, ਪੜ੍ਹ ਸਕਦੇ ਹੋ, ਕਿਉਂਕਿ ਜ਼ਿਆਦਾ ਵਾਹ ਵਾਸਤਾ ਅੱਜ ਬੰਦੇ ਦਾ ਮੋਬਾਈਲ ਨਾਲ ਪੈ ਰਿਹਾ ਹੈ। ਮੋਬਾਈਲ ਨਾਲ, ਮੋਬਾਈਲ ਹੀ ਸਾਡਾ ਸੰਗੀ ਸਾਥੀ ਬਣਿਆ ਹੋਇਆ ਹੈ। ਤੇ ਮੋਬਾਈਲ ਦੇ ਰਾਹੀਂ ਅਸੀਂ ਜੇ ਸਾਰਥਕ ਕੰਮ ਕਰੀਏ, ਬਾਣੀ ਨੂੰ ਪੜ੍ਹੀਏ, ਇਤਿਹਾਸ ਪੜ੍ਹੀਏ, ਤੇ ਗੁਰੂ ਕਿਰਪਾ ਕਰੇਗਾ, ਸਾਨੂੰ ਇਹ ਲਾਭ ਪ੍ਰਾਪਤ ਹੋਵੇਗਾ। ਮਹਾਰਾਜ ਰਹਿਮਤ ਕਰਨ, ਬਾਣੀ ਦਾ ਇਹ ਗਿਆਨ, ਇਹ ਸੁਰਮਾ ਸਾਡੇ ਨੇਤਰਾਂ ਵਿੱਚ ਵੀ ਵਾਹਿਗੁਰੂ ਪਾ ਦੇਣ, ਤਾਂ ਤੇ ਸਾਡੇ ਵੀ ਭਰਮ ਭੁਲੇਖੇ ਜਿਹੜੇ ਨੇ ਉਹ ਦੂਰ ਹੋਣ। ਅਸੀਂ ਵੀ ਆਤਮਿਕ ਤੌਰ ਤੇ
ਆ